Hi, welcome to my YouTube channel. Myself, Dr. Keshav Raman Patyar. In my previous lectures on anemia, we discussed about anemia, its sign and symptoms, and its classification. In today's lecture, we are going to discuss hemorrhagic anemia, which comes under the heading of etiological classification. Hemorrhagic anemia. Hemorrhage refers to excessive loss of blood. Anemia due to hemorrhage is known as hemorrhagic anemia. It occurs both in acute and chronic hemorrhagic conditions. ਸੋ ਹੈਮਰੇਜ ਦਾ ਮਤਲਬ ਹੁੰਦਾ ਬੋਡੀ ਦੇ ਵਿੱਚੋਂ ਜ਼ਿਆਦਾ ਅਮਾਉਂਟ ਦੇ ਵਿੱਚ ਬਲੱਡ ਦਾ ਲਾਸ ਹੋਣਾ। ਅਤੇ ਜਿਹੜਾ ਇਸ ਹੈਮਰੇਜ ਕਰਕੇ ਬੋਡੀ 'ਚੋਂ ਬਲੱਡ ਦਾ ਲਾਸ ਹੁੰਦਾ, ਬਲੱਡ ਦੇ ਲਾਸ ਹੋਣ ਦੇ ਨਾਲ ਆਰਬੀਸੀਜ਼ ਦਾ ਲਾਸ ਹੋ ਰਿਹਾ, ਆਰਬੀਸੀਜ਼ ਦੇ ਲਾਸ ਹੋਣ ਦੇ ਨਾਲ ਆਰਬੀਸੀਜ਼ ਦੀ ਆਕਸੀਜਨ ਕੈਰਿੰਗ ਕੈਪੈਸਿਟੀ ਘੱਟ ਜਾਂਦੀ ਆ, ਉਹਨੂੰ ਉਸ ਕੰਡੀਸ਼ਨ ਨੂੰ ਆਪਾਂ ਅਨੀਮੀਆ ਕਹਿੰਦੇ ਹਾਂ। ਅਤੇ ਇਹਦੇ ਪਿੱਛੇ ਹੈਮਰੇਜ ਜਿਹੜੀ ਹੈ ਉਹ ਰਿਸਪੋਂਸੀਬਲ, ਇਸ ਕਰਕੇ ਇਸ ਅਨੀਮੀਆ ਨੂੰ ਅਸੀਂ ਹੈਮਰੇਜਿਕ ਅਨੀਮੀਆ ਕਹਿ ਦਿੰਦੇ ਹਾਂ। ਸੋ ਦੋ ਤਰ੍ਹਾਂ ਦੀਆਂ ਹੈਮਰੇਜ ਕੰਡੀਸ਼ਨਸ ਰਿਸਪੋਂਸੀਬਲ ਆ ਹੈਮਰੇਜਿਕ ਅਨੀਮੀਆ ਵਾਸਤੇ, ਇੱਕ ਅਕਿਊਟ ਅਤੇ ਕਰੋਨਿਕ। ਅਕਿਊਟ ਵਰਡ ਯੂਜ਼ ਹੁੰਦਾ ਘੱਟ ਸਮੇਂ ਵਾਸਤੇ ਬਹੁਤ ਜ਼ਿਆਦਾ ਇਫੈਕਟ, ਅਤੇ ਕਰੋਨਿਕ ਵਰਡ ਯੂਜ਼ ਹੁੰਦਾ ਲੰਬੇ ਸਮੇਂ ਵਾਸਤੇ ਥੋੜ੍ਹਾ ਹਲਕਾ ਇਫੈਕਟ। ਮੰਨ ਲਓ ਜੇ ਕਿਸੇ ਬੰਦੇ ਦੇ ਕੁਛ ਟਾਈਮ ਵਾਸਤੇ ਜ਼ਿਆਦਾ ਸਿਰ ਦਰਦ ਹੋ ਰਿਹਾ, ਕੁਛ ਟਾਈਮ ਵਾਸਤੇ, ਅੱਧੇ ਘੰਟੇ ਵਾਸਤੇ ਮੰਨ ਲਓ, ਤਾਂ ਉਸਨੂੰ ਆਪਾਂ ਕਹਾਂਗੇ ਅਕਿਊਟ ਹੈਡਏਕ, ਅਤੇ ਉਹ ਸਿਰ ਦਰਦ ਬਹੁਤ ਜ਼ਿਆਦਾ ਤੇਜ਼ ਹੋਏਗਾ ਘੱਟ ਟਾਈਮ ਵਾਸਤੇ ਅਤੇ ਜ਼ਿਆਦਾ ਤੇਜ਼। ਕਰੋਨਿਕ ਮਤਲਬ ਇੱਕ ਬੰਦੇ ਦਾ 1 ਦਿਨ ਤੋਂ 2 ਦਿਨ ਤੋਂ ਲਗਾਤਾਰ ਸਿਰ ਦਰਦ ਕਰ ਰਿਹਾ, ਬਟ ਉਹ ਦਰਦ ਜਿਹੜਾ ਹਲਕਾ ਹਲਕਾ ਜਿਹਾ, ਉਸ ਕੰਡੀਸ਼ਨ ਨੂੰ ਆਪਾਂ ਕਹਾਂਗੇ ਕਰੋਨਿਕ ਕੰਡੀਸ਼ਨ। ਸੋ ਇਸੇ ਤਰ੍ਹਾਂ ਸਾਡੇ ਕੋਲ ਹੈਮਰੇਜਿਕ ਕੰਡੀਸ਼ਨਸ ਵੀ ਦੋ ਤਰ੍ਹਾਂ ਦੀਆਂ, ਇੱਕ ਅਕਿਊਟ ਹੈਮਰੇਜਿਕ ਕੰਡੀਸ਼ਨ, ਦੂਸਰੀ ਕਰੋਨਿਕ ਹੈਮਰੇਜਿਕ ਕੰਡੀਸ਼ਨ। ਸੋ ਕਮਿੰਗ ਟੂ ਦਾ ਅਕਿਊਟ ਹੈਮਰੇਜਿਕ ਕੰਡੀਸ਼ਨ, ਇਟ ਰੈਫਰਸ ਟੂ ਸਡਨ ਲਾਸ ਆਫ ਲਾਰਜ ਕੁਆਂਟਿਟੀ ਆਫ ਬਲੱਡ ਐਜ਼ ਇਨ ਦਾ ਕੇਸ ਆਫ ਐਕਸੀਡੈਂਟ। ਇਸ ਦੇ ਵਿੱਚ ਕੀ ਆ, ਇੱਕਦਮ ਬਹੁਤ ਸਾਰਾ ਬਲੱਡ ਦਾ ਲਾਸ ਹੋ ਜਾਂਦਾ, ਜਿਵੇਂ ਕਿ ਐਕਸੀਡੈਂਟਲ ਕੇਸਿਸ ਦੇ ਵਿੱਚ। ਮੋਰਫੋਲੋਜੀਕਲੀ ਦਾ ਆਰਬੀਸੀਜ਼ ਆਰ ਨੋਰਮੋਸਿਟਿਕ ਐਂਡ ਨੋਰਮੋਕ੍ਰੋਮਿਕ। ਮੋਰਫੋਲੋਜੀਕਲੀ ਆਰਬੀਸੀਜ਼ ਦਾ ਜਿਹੜਾ ਸਾਈਜ਼ ਹੈਗਾ ਉਹ ਨੋਰਮਲ ਹੋਏਗਾ, ਨੋਰਮੋਸਿਟਿਕ ਹੋਏਗਾ, ਅਤੇ ਉਹਨਾਂ ਦਾ ਕਲਰ ਵੀ ਜਿਹੜਾ ਹੈ ਨੋਰਮਲ ਹੋਏਗਾ ਇਸ ਟਾਈਪ ਦੇ ਹੈਮਰੇਜਿਕ ਅਨੀਮੀਆ ਦੇ ਵਿੱਚ। ਬਟ ਡਿਕਰੀਜ਼ ਆਰਬੀਸੀ ਕਾਊਂਟ ਕਾਜ਼ਿਜ਼ ਹਾਈਪੋਕਸੀਆ ਵਿਚ ਸਟਿਮੂਲੇਟ ਦਾ ਬੋਨ ਮੈਰੋ ਟੂ ਪ੍ਰੋਡਿਊਸ more number of RBCs. So the condition is corrected within 4 to 6 week. ਇਸ ਦੇ ਵਿੱਚ ਕੀ ਆ, ਆਰਬੀਸੀਜ਼ ਦਾ ਕਾਊਂਟ ਘੱਟ ਜਾਂਦਾ, ਨਾ ਤਾਂ ਉਹਦੀ ਸ਼ੇਪ ਦੇ ਵਿੱਚ ਫਰਕ ਪੈਂਦਾ ਅਤੇ ਨਾ ਹੀ ਉਹਦੇ ਕਲਰ ਦੇ ਵਿੱਚ ਕੋਈ ਫਰਕ ਪੈਂਦਾ। ਜਦੋਂ ਆਰਬੀਸੀਜ਼ ਦਾ ਕਾਊਂਟ ਘੱਟ ਜਾਏਗਾ ਤਾਂ ਆਕਸੀਜਨ ਕੈਰਿੰਗ ਕੈਪੈਸਿਟੀ ਘੱਟ ਜਾਏਗੀ, ਅਤੇ ਬੋਡੀ ਦੇ ਵਿੱਚ ਆਕਸੀਜਨ ਦੀ ਸਪਲਾਈ ਸਾਰੇ ਟਿਸ਼ੂਜ਼ ਤੱਕ ਘੱਟ ਜਾਂਦੀ ਹੈ। ਉਸ ਕੰਡੀਸ਼ਨ ਨੂੰ ਅਸੀਂ ਹਾਈਪੋਕਸੀਆ ਕਹਿੰਦੇ ਹਾਂ। ਪਰ ਇਹ ਜਿਹੜਾ ਹਾਈਪੋਕਸਿਕ ਕੰਡੀਸ਼ਨ ਹੈਗੀ ਆ, ਇਹ ਬੋਨ ਮੈਰੋ ਨੂੰ ਸਟਿਮੂਲੇਟ ਕਰ ਦਿੰਦੀ ਆ ਜ਼ਿਆਦਾ ਤੋਂ ਜ਼ਿਆਦਾ ਆਰਬੀਸੀਜ਼ ਨੂੰ ਬਣਾਉਣ ਵਾਸਤੇ। ਅਤੇ ਇਸ ਕੰਡੀਸ਼ਨ ਦੇ ਵਿੱਚ ਇਹ ਕੰਡੀਸ਼ਨ ਜਿਹੜੀ ਹੈਗੀ ਆ 4 ਤੋਂ 6 ਹਫ਼ਤਿਆਂ ਦੇ ਵਿੱਚ ਠੀਕ ਹੋ ਜਾਂਦੀ ਹੈ। ਜਦੋਂ ਵੀ ਕਿਸੇ ਬੰਦੇ ਦਾ ਐਕਸੀਡੈਂਟ ਹੁੰਦਾ ਤਾਂ ਉਹਦੇ ਐਕਸੀਡੈਂਟ ਜਾਂ ਕਿਸੇ ਸੱਟ ਵਜਨ ਕਰਕੇ ਬਹੁਤ ਜ਼ਿਆਦਾ ਖੂਨ ਲੋਸ ਹੋ ਜਾਂਦਾ, ਅਤੇ ਉਹਦੇ ਨਾਲ ਕੀ ਆ, ਆਰਬੀਸੀਜ਼ ਦਾ ਵੀ ਲੋਸ ਹੋ ਜਾਂਦਾ। ਇਕੱਲੇ ਆਰਬੀਸੀਜ਼ ਨਹੀਂ, ਅਤੇ ਪਲਾਜ਼ਮਾ ਦਾ ਵੀ ਲੋਸ ਹੋ ਰਿਹਾ ਪੇਸ਼ੈਂਟ ਦਾ, ਕਿਉਂਕਿ ਸਾਰੇ ਸੈਲਸ ਕੰਪੋਨੈਂਟ ਜਿਹੜੇ ਪਲਾਜ਼ਮਾ ਦੇ ਵਿੱਚ ਇੰਬੈਡਡ ਹੁੰਦੇ ਆ, ਉਹਦੇ 'ਚ ਹੁੰਦੇ ਆ। ਅਤੇ ਜਿਹੜਾ ਪਲਾਜ਼ਮਾ ਆ ਉਹ ਤਾਂ ਵਿਦਿਨ 24 ਆਵਰਸ ਰਿਕਵਰ ਹੋ ਜਾਂਦਾ, ਬਣ ਜਾਂਦਾ ਬੋਡੀ ਦੇ ਵਿੱਚ, ਬਟ ਆਰਬੀਸੀਜ਼ ਇਸ ਨੂੰ ਬਣਨ ਵਾਸਤੇ 4 ਤੋਂ 6 ਹਫ਼ਤਿਆਂ ਦਾ ਟਾਈਮ ਲੱਗਦਾ, ਤਦ ਤੱਕ ਜਿਹੜੇ ਬੋਡੀ ਦੇ ਵਿੱਚ ਕੀ ਆ, ਅਨੀਮਿਕ ਕੰਡੀਸ਼ਨਸ ਡਿਵੈਲਪ ਹੋ ਜਾਂਦੀਆਂ। ਨੈਕਸਟ ਇਜ਼ ਦਾ ਕਰੋਨਿਕ ਹੈਮਰੇਜ। ਕਰੋਨਿਕ ਹੈਮਰੇਜ ਜਿਹੜੀ ਜ਼ਿਆਦਾ ਸਮੇਂ ਵਾਸਤੇ ਬਲੀਡਿੰਗ ਹੋਵੇ, ਇਟ ਰੈਫਰਸ ਟੂ ਲਾਸ ਆਫ ਬਲੱਡ ਬਾਈ ਇੰਟਰਨਲ ਔਰ ਐਕਸਟਰਨਲ ਬਲੀਡਿੰਗ। ਬਾਹਰੀ ਜਾਂ ਅੰਦਰੂਨੀ ਬਲੀਡਿੰਗ ਹੋ ਸਕਦੀ ਆ ਓਵਰ ਏ ਲੌਂਗ ਪੀਰੀਅਡ ਆਫ ਟਾਈਮ, ਲੰਬੇ ਸਮੇਂ ਵਾਸਤੇ। ਇਟ ਅਕਰਸ ਇਨ ਕੰਡੀਸ਼ਨ ਲਾਈਕ ਪੈਪਟਿਕ ਅਲਸਰ, purpura, hemophilia, menorrhagia. Due to continuous loss of blood, lot of iron is lost from the body, causing iron deficiency. This affects the synthesis of hemoglobin, resulting in less hemoglobin content in the cell, so the cell becomes small. Hence the RBCs are microcytic and hypochromic. ਸੋ chronic hemorrhages ਦੇ ਵਿੱਚ ਕੀ ਇੰਟਰਨਲ ਅਤੇ ਐਕਸਟਰਨਲ ਬਲੀਡਿੰਗ ਕਰਕੇ ਲੰਬੇ ਸਮੇਂ ਤੱਕ ਹੁੰਦੀ ਰਹਿੰਦੀ, ਵਿੱਚ ਬਲੱਡ ਦਾ ਲਾਸ ਹੋ ਜਾਂਦਾ। ਉਹ ਕਿਹੜੀ ਕੰਡੀਸ਼ਨਸ ਹੈਗੀਆਂ, ਉਹ ਬੋਡੀ ਦੇ ਵਿੱਚ ਪੈਪਟਿਕ ਅਲਸਰ ਹੋ ਸਕਦਾ, ਡਾਈਜੈਸਟਿਵ ਸਿਸਟਮ ਦੇ ਵਿੱਚ ਪਿਰਪਰਾ ਇਜ਼ ਦਾ ਬ੍ਰੇਕੇਜ ਆਫ ਦਾ ਕੈਪਿਲਰੀ ਅੰਡਰ ਦਾ ਸਕਿਨ। ਠੀਕ ਆ, ਸਕਿਨ ਨੀਲੀ ਲਾਲ ਜਿਹੀ ਹੋ ਜਾਂਦੀ ਆ,
ਉਸ ਕੰਡੀਸ਼ਨ ਦੇ ਵਿੱਚ ਹੀਮੋਫੀਲੀਆ ਇੱਕ ਜੈਨੇਟਿਕ ਡਿਸੀਜ਼ ਆ, ਜਿਹਦੇ ਵਿੱਚ ਇੱਕ ਵਾਰੀ ਪੇਸ਼ੈਂਟ ਦੇ ਬੰਦੇ ਦੇ ਸੱਟ ਲੱਗ ਜਾਵੇ ਤਾਂ ਖੂਨ ਛੇਤੀ ਨਹੀਂ ਰੁਕਦਾ। ਮੈਨੋਰੇਜੀਆ, ਇਟ ਇਜ਼ ਦਾ ਐਕਸੈਸਿਵ ਲਾਸ ਆਫ ਬਲੱਡ ਇਨ ਫੀਮੇਲਸ ਡਿਊਰਿੰਗ ਮੈਂਸਟਰੂਰਲ ਸਾਈਕਲ। ਸੋ ਮਾਹਵਾਰੀ ਦੇ ਦੌਰਾਨ ਔਰਤਾਂ ਵਿੱਚ ਜਦੋਂ ਜ਼ਿਆਦਾ ਖੂਨ ਦੀ ਲਾਸ ਹੁੰਦਾ, ਉਸ ਕੰਡੀਸ਼ਨ ਦੇ ਵਿੱਚ ਇਹ ਕਰੋਨਿਕ ਹੈਮਰੇਜਿਸ ਹੋ ਜਾਂਦਾ। ਸੋ ਜ਼ਿਆਦਾ ਬਲੱਡ ਲੋਸ ਹੁੰਦਾ, ਉਹਦੇ ਨਾਲ ਨਾਲ ਕੀ ਆ, ਬਲੱਡ ਦੇ ਨਾਲ ਹੀਮੋਗਲੋਬਿਨ ਲੋਸ ਹੋ ਰਿਹਾ, ਤਾਂ ਹੀਮੋਗਲੋਬਿਨ ਦੇ ਵਿੱਚ ਕੀ ਹੈ, ਪੋਰਫਾਇਰਿਨ ਰਿੰਗ ਦੇ ਨਾਲ ਆਇਰਨ ਜੁੜਿਆ, ਉਹਦਾ ਲੋਸ ਹੋ ਰਿਹਾ। ਇਸ ਕਰਕੇ ਕੀ ਬੋਡੀ ਦੇ ਵਿੱਚ ਆਇਰਨ ਦੀ ਕਮੀ ਹੋ ਜਾਂਦੀ ਹੈ। ਸੋ ਓਵਰਆਲ ਹੀਮੋਗਲੋਬਿਨ ਜਿਹੜਾ ਕੰਟੈਂਟ ਹੈ ਸੈਲਸ ਦੇ ਵਿੱਚ ਘੱਟ ਜਾਂਦਾ। ਸੋ RBC ਸੈਲਸ ਦੇ ਵਿੱਚ ਸਿਰਫ ਹੀਮੋਗਲੋਬਿਨ ਹੀ ਪ੍ਰੈਜੈਂਟ ਆ, ਹੋਰ ਕੁਝ ਐਸੀ ਚੀਜ਼ ਪ੍ਰੈਜੈਂਟ ਨਹੀਂ ਹੁੰਦੀ। ਜੇ RBC 'ਚੋਂ ਹੀਮੋਗਲੋਬਿਨ ਦੀ ਵੈਲਿਊ ਘੱਟ ਗਈ ਜਾਂ ਕੰਟੈਂਟ ਘੱਟ ਗਿਆ ਤਾਂ ਉਹਦਾ ਸਾਈਜ਼ ਕੀ ਆ, ਛੋਟਾ ਹੋ ਜਾਂਦਾ। ਇਸ ਕਰਕੇ ਕਰੋਨਿਕ ਹੈਮਰੇਜਿਸ ਦੇ ਵਿੱਚ RBCs ਦਾ ਜਿਹੜੇ ਸੈੱਲ ਹੈਗੇ ਉਹ ਮਾਈਕਰੋਸਿਟਿਕ ਐਂਡ ਹਾਈਪੋਕ੍ਰੋਮਿਕ ਹੁੰਦੇ ਆ, ਮਤਲਬ ਸਾਈਜ਼ 'ਚ ਵੀ ਛੋਟੇ ਅਤੇ ਉਹਨਾਂ 'ਚ ਹੀਮੋਗਲੋਬਿਨ ਕੰਟੈਂਟ ਵੀ ਘੱਟ ਆ, ਜਿਹਦੇ ਕਰਕੇ ਉਹਨਾਂ ਦਾ ਕਲਰ ਵੀ ਹੈ ਜਿਹੜਾ ਹਲਕਾ ਨਜ਼ਰ ਆਉਂਦਾ। ਸੋ ਇਹ ਸੀ ਤੁਹਾਡਾ ਅਕਿਊਟ ਹੈਮਰੇਜਿਕ ਅਨੀਮੀਆ ਅਤੇ ਕਰੋਨਿਕ ਹੈਮਰੇਜਿਕ ਅਨੀਮੀਆ। ਸੋ ਇਸ ਪਿਕਚਰ 'ਚ ਆਪਾਂ ਦੇਖ ਰਹੇ ਹਾਂ ਪੇਸ਼ੈਂਟ ਦੇ ਬਲੀਡਿੰਗ ਹੋ ਰਹੀ ਹੈ ਐਕਸਟਰਨਲ ਇੰਜਰੀ ਕਰਕੇ ਜਾਂ ਇੰਟਰਨਲ ਇੰਜਰੀ ਕਰਕੇ। ਉਹਦੇ ਨਾਲ ਕੀ ਆ, RBCs ਦਾ ਕਾਊਂਟ ਘੱਟ ਰਿਹਾ। RBCs ਕਾਊਂਟ ਘੱਟ ਹੋਣ ਦੇ ਨਾਲ ਕੀ ਆ, ਆਕਸੀਜਨ ਕੈਰਿੰਗ ਕਪੈਸਿਟੀ ਘੱਟ ਗਈ ਆ, ਜਿਹਨੂੰ ਕਿ ਆਪਾਂ ਅਨੀਮੀਆ ਕਹਿ ਦਿੰਦੇ ਹਾਂ। ਦੂਸਰੇ ਪਾਸੇ ਤੁਸੀਂ ਦੇਖੋਗੇ ਸਟਮਕ ਦੇ ਵਿੱਚ ਪੈਪਟਿਕ ਅਲਸਰ ਹੋ ਗਿਆ, ਉਹ ਕਿਸੇ ਵੀ ਇਨਫੈਕਸ਼ਨ ਕਰਕੇ ਹੋ ਸਕਦਾ, ਜਿਵੇਂ ਕਿ H. ਪਾਈਲੋਰੀ ਕਰਕੇ ਹੋ ਗਿਆ, ਮਾਈਕਰੋਨਿਜ਼ਮ ਕਰਕੇ। ਉਹਦੇ ਨਾਲ ਕੀ ਆ, ਬਲੱਡ ਲੋਸ ਹੋ ਰਿਹਾ। ਸੋ ਇਸ ਅਨੀਮੀਆ ਤੋਂ ਬਚਣ ਵਾਸਤੇ ਸਾਨੂੰ ਕੀ ਆ, ਇੰਟਰਨਲ ਜਾਂ ਐਕਸਟਰਨਲ ਬਲੀਡਿੰਗ ਦਾ ਇਲਾਜ ਕਰਕੇ ਉਹਨੂੰ ਰੋਕ ਕੇ ਅਸੀਂ ਇਸ ਅਨੀਮੀਆ ਤੋਂ ਬਚ ਸਕਦੇ ਹਾਂ। ਸੋ ਇਨ ਦਿਸ ਵੀ ਹੈਵ ਕਵਰਡ ਹੈਮਰੇਜਿਕ ਅਨੀਮੀਆ। ਥੈਂਕਸ।